ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ 424 ਅੰਗ ਦੇ ਉੱਤੇ ਸੁਭਾਇਮਾਨ ਹੈ। ਉਚਾਰਨ ਕੀਤੀ ਹੋਈ ਇਹ ਪਾਵਨ ਬਾਣੀ ਬਿਰਧ ਬਾਬਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ। ਅਸ਼ਟਪਦੀਆਂ ਨੇ, 8 ਬੰਦ ਨੇ। 4 ਬੰਦਾਂ ਦੀ ਵਿਚਾਰ ਕੱਲ੍ਹ ਆਪ ਜੀ ਸਰਵਨ ਕਰ ਚੁੱਕੇ ਹੋ। ਰਾਗ ਹੈ ਆਸਾ। ਕਾਫੀ ਨਾਲ ਲਿਖਿਆ ਹੋਇਆ ਮਹਾਨ ਕੋਸ਼ ਦੇ ਕਰਤਾ ਦੇ ਅਨੁਸਾਰ ਕਾਫੀ ਰਾਗ ਇਹ ਸੂਫੀ ਫਕੀਰਾਂ ਦਾ ਰਾਗ ਹੈ। ਬੁੱਲੇ ਸ਼ਾਹ ਜੀ ਦੀਆਂ ਬਹੁਤ ਸਾਰੀਆਂ ਰੁਬਾਈਆਂ ਨੇ ਜਿਹੜੀਆਂ ਕਾਫੀ ਦੇ ਵਿੱਚ ਉਚਾਰਨ ਕੀਤੀਆਂ ਹੋਈਆਂ ਨੇ। ਬਾਕੀ ਸ਼ੁੱਧ ਕਾਫੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਮਿਲਦਾ ਹੈ, ਰਾਗ ਦੇ ਨਾਲ ਰਲਾ ਕੇ ਮਿਲਦਾ ਹੈ। ਇੱਥੇ ਆਸਾ ਰਾਗ ਦੇ ਨਾਲ ਕਾਫੀ ਹੈ। ਪਾਵਨ ਸ਼ਬਦ ਦੀਆਂ ਪੰਕਤੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਮਿਲਿਏ ਆਪ ਗਿਆ ਤ੍ਰਿਭਵਨ ਸੋਚੀ ਪਾਈ, ਨਿਰਮਲ ਜੋਤ ਪਸਰ ਰਹੀ ਜੋਤੀ ਜੋਤ ਮਿਲਾਈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਮਿਲਿਏ ਆਪ ਗਿਆ। ਜਿਸ ਨੂੰ ਸਤਿਗੁਰੂ ਸੱਚਾ ਗੁਰੂ ਮਿਲ ਜਾਂਦਾ ਹੈ ਤਾਂ ਮਹਾਰਾਜ ਕਹਿੰਦੇ ਨੇ ਕਿ ਆਪ ਗਿਆ, ਆਪਣੇ ਵਿੱਚੋਂ ਆਪਾ ਭਾਵ ਮਿਟ ਜਾਂਦਾ ਹੈ। ਆਪਾ ਭਾਵ ਮੈਂ ਹਾਂ, ਹਉਮੈ ਹੈ, ਹੰਕਾਰ ਹੈ। ਸਤਿਗੁਰੂ ਕਹਿੰਦੇ ਨੇ ਜਿਹਨੂੰ ਗੁਰੂ ਮਿਲ ਜਾਵੇ ਤੇ ਵਿੱਚੋਂ ਮਿਟ ਜਾਂਦਾ ਹੈ, ਉਂਝ ਨਹੀਂ ਮਿਟਦਾ ਕਦੀ ਵੀ। ਸਤਿਗੁਰੂ ਮਿਲਿਏ ਆਪ ਗਿਆ। ਗੁਰੂ ਜਦੋਂ ਮਿਲਦਾ ਹੈ ਤਾਂ, ਪਰ ਦੂਸਰੇ ਪਾਸੇ ਮਹਾਰਾਜ ਕਹਿੰਦੇ ਨੇ ਆਪ ਗਵਾਈਏ ਤਾਂ ਸੋ ਪਾਈਏ, ਔਰ ਕੈਸੀ ਚਤਰਾਈ। ਆਪਣਾ ਆਪ ਜਦੋਂ ਮਿਟ ਜਾਂਦਾ ਹੈ ਤਾਂ ਫਿਰ ਉਸ ਪਰਮੇਸ਼ਰ ਦੀ, ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਸਾ ਦੀ ਵਾਰ ਦੇ ਵਿੱਚ ਹਉਮੈ ਨੂੰ, ਅਹੰਕਾਰ ਨੂੰ ਸਭ ਤੋਂ ਵੱਡਾ ਰੋਗ ਆਖਦੇ ਨੇ। ਹਉਮੈ ਦੀਰਘ ਰੋਗ ਹੈ, ਸਭ ਤੋਂ ਵੱਡਾ ਰੋਗ। ਮੈਂ ਹਾਂ, ਤੂੰ ਕੁਛ ਨਹੀਂ ਹੈ। ਬਸ ਇਤਨੀ ਜੀ ਗੱਲ ਹੈ। ਹਰ ਬੰਦਾ ਕਿਧਰੇ ਨਾ ਕਿਧਰੇ ਆਪਣੀ ਮੈਂ ਨੂੰ ਅੱਗੇ ਰੱਖਦਾ ਹੈ। ਮੈਂ ਹਾਂ, ਤੂੰ ਕੁਛ ਨਹੀਂ ਹੈ। ਵਿਦਵਾਨ ਕਹਿੰਦੇ ਨੇ ਕਿ ਦੁਨੀਆ ਦੀਆਂ ਜਿਤਨੀਆਂ ਵੀ ਲੜਾਈਆਂ ਨੇ ਉਹ ਸਭ ਮੈਂ ਕਰਕੇ ਹੈ। ਚਾਹੇ ਉਹ ਪਰਿਵਾਰਕ ਲੜਾਈਆਂ ਨੇ, ਜਾਂ ਉਹ ਸਮਾਜਿਕ ਲੜਾਈਆਂ ਨੇ, ਜਾਂ ਉਹ ਧਾਰਮਿਕ ਲੜਾਈਆਂ ਨੇ। ਮੈਂ ਹਾਂ ਤਾਂ ਲੜਾਈ ਹੈ। ਮੈਂ ਇਹ ਕੀਤਾ, ਮੈਂ ਇਹ ਕਰਨਾ, ਮੈਂ ਇਹ ਕਰ ਸਕਦਾ, ਤੂੰ ਕੁਛ ਨਹੀਂ ਕਰ ਸਕਦਾ ਹੈ। ਬਸ ਇਸੇ ਗੱਲ ਦੀ ਲੜਾਈ ਹੈ। ਅੰਗਰੇਜ਼ੀ ਦੇ ਅੰਦਰ ਸਭ ਤੋਂ ਛੋਟਾ ਅਗਰ ਕੋਈ ਅੱਖਰ ਹੈ ਤਾਂ ਉਹ ਹੈ ਆਈ। ਇੱਕ ਲਕੀਰ ਛੋਟੀ ਜਿਹੀ ਖਿੱਚ ਦਿਓ, ਆਈ ਬਣ ਜਾਂਦੀ ਹੈ। ਪਰ ਇਸ ਆਈ ਨੇ ਦੁਨੀਆ ਭਰ ਦੇ ਵਿੱਚ ਬਖੇੜੇ ਖੜੇ ਕੀਤੇ ਹੋਏ ਨੇ। ਮੈਂ ਹਾਂ, ਤੂੰ ਕੁਛ ਵੀ ਨਹੀਂ ਹੈ। ਗੁਰਦੁਆਰੇ ਆਉਣ ਦਾ, ਸਤ ਸੰਗਤ ਕਰਨ ਦਾ, ਗੁਰਬਾਣੀ ਪੜ੍ਹਨ ਦਾ, ਸਿਮਰਨ ਕਰਨ ਦਾ, ਸੇਵਾ ਕਰਨ ਦਾ ਮਤਲਬ ਪਤਾ ਕੀ ਹੈ? ਮੈਂ ਮਿਟ ਜਾਵੇ ਤੇ ਤੂੰ ਪ੍ਰਗਟ ਹੋ ਜਾਵੇ। ਬਸ ਇਤਨੀ ਜੀ ਗੱਲ ਹੈ। ਸੇਵਾ ਕਰਦਿਆਂ, ਦਾਨ ਕਰਦਿਆਂ, ਸਿਮਰਨ ਕਰਦਿਆਂ, ਪਾਠ ਕਰਦਿਆਂ ਅਗਰ ਮੈਂ ਨਹੀਂ ਮਿਟੀ ਤਾਂ ਸਮਝ ਲੈਣਾ ਅਜੇ ਮੰਜ਼ਿਲ ਦੂਰ ਹੈ। ਅਨੂਸ ਦਿੱਲੀ ਦੂਰ ਅਸਤ।
बड़ी दूर है। आए हाँ इत्थे मैनू मिटाण वास्ते। गुरुद्वारे ਦੇ ਅੰਦਰ ਵੜਦੇ ਹੀ ਅਸੀਂ ਸਭ ਤੋਂ ਪਹਿਲਾ ਕੰਮ ਪਤਾ ਕੀ ਕਰਦੇ ਹਾਂ? ਅਸੀਂ ਗੁਰਦੁਆਰੇ ਦੀ ਡਿਓਢੀ ਦੇ ਉੱਤੇ ਥੱਲੇ ਜ਼ਮੀਨ ਤੇ ਹੱਥ ਲਾ ਕੇ ਤੇ ਮਸਤਕ ਤੇ ਲਾਉਂਦੇ ਆ। ਕਿਉਂ ਲਾਉਂਦੇ ਆ? ਕਿਉਂਕਿ ਅੰਦਰੋਂ ਹੰਕਾਰ ਮਿਟ ਜਾਵੇ, ਮੈਂ ਮਿਟ ਜਾਵੇ, ਨਿਮਰਤਾ ਆ ਜਾਵੇ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਗੁਰੂ ਅਰਜਨ ਦੇਵ ਮਹਾਰਾਜ ਨੇ ਜੋ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ ਹੈ, ਜਿਸ ਪਾਸਿਓਂ ਵੀ ਤੁਸੀਂ ਅੰਦਰ ਜਾਓਗੇ ਪੌੜੀਆਂ ਉਤਰ ਕੇ ਜਾਣਾ ਪੈਣਾ ਹੈ, ਉਤਰ ਕੇ ਥੱਲੇ ਜਾਣਾ ਪੈਣਾ। ਕਿਉਂ? ਕਿਧਰੇ ਐਸਾ ਨਾ ਹੋਵੇ ਕਿ ਹੰਕਾਰ ਦੀਆਂ ਪੰਡਾਂ ਰੱਖ ਕੇ ਤੂੰ ਗੁਰਦੁਆਰੇ ਅੰਦਰ ਪ੍ਰਵੇਸ਼ ਕਰੇ। ਜਿਵੇਂ ਪੌੜੀਆਂ ਉਤਰ ਕੇ ਸਰੀਰ ਨੂੰ ਨੀਵਾਂ ਲਿਜਾਣਾ ਹੈ ਨਾ, ਆਪਣੇ ਮਨ ਨੂੰ ਵੀ ਨੀਵਾਂ ਰੱਖਣਾ ਹੈ। ਮਨ ਨੀਵਾਂ, ਮਤ ਉੱਚੀ। ਪਰ ਹੁੰਦਾ ਪਤਾ ਕੀ ਹੈ? ਆਏ ਇੱਥੇ ਅਸੀਂ ਆਪਣੀ ਮੈਂ ਨੂੰ ਮਿਟਾਉਣ ਵਾਸਤੇ, ਹੰਕਾਰ ਨੂੰ ਮਿਟਾਉਣ ਵਾਸਤੇ ਹਾਂ। ਪਰ ਵੇਖਣ ਵਿੱਚ ਐਸਾ ਆਉਂਦਾ ਹੈ ਜਿਤਨਾ ਹੰਕਾਰ ਗੁਰਦੁਆਰਿਆਂ ਦੇ ਵਿੱਚ ਵੇਖਣ ਨੂੰ ਮਿਲਦਾ ਹੈ, ਇਤਨਾ ਹੋਰ ਕਿਧਰੇ ਨਹੀਂ ਮਿਲਦਾ ਸਾਨੂੰ, ਆਮ ਦੁਨੀਆ ਵਿੱਚ ਨਹੀਂ ਮਿਲਦਾ ਹੈ। ਮੈਂ ਇਤਨਾ ਪਾਠ ਕੀਤਾ ਹੈ, ਮੈਂ ਇਤਨਾ ਸਿਮਰਨ ਕੀਤਾ ਹੈ, ਮੈਂ ਇਤਨਾ ਦਾਨ ਦਿੱਤਾ, ਮੈਂ ਅੱਗੇ ਆ ਜਾਂਦੀ ਹੈ। ਭਾਵੇਂ ਅਸੀਂ ਪੰਕਤੀਆਂ ਪੜ੍ਹੀ ਜਾਂਦੇ ਹਾਂ ਵੀ ਕਰਨ ਕਰਾਵਨ ਸਭਨਾ ਕਾ ਏਕੋ, ਕਰਨ ਵਾਲਾ ਇੱਕ ਪਰਮਾਤਮਾ ਹੀ ਹੈ। ਪਰ ਜਦ ਕੋਈ ਕਰਮ ਅਸੀਂ ਕਰਦੇ ਹਾਂ, ਮੈਂ ਅੱਗੇ ਜ਼ਰੂਰ ਆ ਜਾਂਦੀ ਹੈ। ਮੈਂ ਹਾਂ, ਮੈਂ ਕੀਤਾ ਹੈ, ਮੈਂ ਕਰਨਾ ਹੈ। ਭਗਤ ਰਵਿਦਾਸ ਜੀ ਨੇ ਹੰਕਾਰ ਦੇ ਕੁਝ ਕਾਰਨ ਦੱਸੇ ਨੇ ਵੀ ਹੰਕਾਰ ਕਿਉਂ ਪੈਦਾ ਹੁੰਦਾ ਹੈ, ਆਪਾ ਭਾਵ ਕਿਉਂ ਬਣਦਾ ਹੈ। ਕਹਿੰਦੇ ਨੇ ਹਮ ਵੱਡ ਕਬ ਕੁਲੀਨ ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੇ ਨਾ ਨਾਸੀ। ਭਗਤ ਰਵਿਦਾਸ ਜੀ ਗਿਣਤੀ ਕਰਾਉਂਦੇ ਨੇ ਵੀ ਹੰਕਾਰ ਕਿੱਥੇ ਕਿੱਥੇ ਖੜਾ ਹੋ ਜਾਂਦਾ ਹੈ। ਹਮ ਵੱਡ ਕਵ, ਮੈਂ ਬੜਾ ਵੱਡਾ ਕਵੀ ਹਾਂ, ਤਾਂ ਹੰਕਾਰ ਹੋ ਜਾਂਦਾ। ਕੁਲੀਨ, ਮੇਰੀ ਕੁਲ ਬੜੀ ਉੱਚੀ ਹੈ, ਹੰਕਾਰ ਹੋ ਜਾਂਦਾ ਹੈ। ਹਮ ਵੱਡ ਕਵ ਕੁਲੀਨ ਹਮ ਪੰਡਤ, ਮੈਂ ਬੜਾ ਵੱਡਾ ਪੰਡਤ ਹਾਂ। ਪੰਡਤ ਦਾ ਮਤਲਬ ਅੱਜ ਕੱਲ੍ਹ ਜਿਹੜੇ ਪੰਡਤ ਨੇ ਉਹਨਾਂ ਤੋਂ ਨਹੀਂ ਹੈ। ਪੰਡਤ ਦੇ ਅਰਥ ਕੀਤੇ ਜਾਂਦੇ ਨੇ ਗਿਆਨੀ, ਜਿਹਦੇ ਕੋਲ ਜਿਤਨਾ ਜ਼ਿਆਦਾ ਗਿਆਨ ਹੈ ਉਤਨਾ ਵੱਡਾ ਪੰਡਤ ਹੈ। ਹੁਣ ਜਿਸ ਕੋਲ ਗਿਆਨ ਹੈ, ਜੋ ਗਿਆਨੀ ਹੈ, ਹੰਕਾਰ ਬਣ ਜਾਂਦਾ ਹੈ ਅੰਦਰ। ਔਰ ਮੇਰੇ ਦੇਖਣ ਵਿੱਚ ਐਸਾ ਆਇਆ ਕਿ ਜਿਤਨਾ ਵੱਡਾ ਗਿਆਨੀ ਹੁੰਦਾ ਹੈ ਉਤਨਾ ਹੀ ਜ਼ਿਆਦਾ ਹੰਕਾਰ ਹੁੰਦਾ ਹੈ। ਮਾਫ ਕਰ ਦੇਣਾ, ਦੋ ਸ਼ਬਦ ਬਰਦਾਸ਼ਤ ਕਰਨਾ। ਜਿਹੜੇ ਮੇਰੇ ਵਰਗੇ ਸਟੇਜਾਂ ਤੇ ਬਹਿ ਕੇ ਨਿਮਰਤਿਆਂ ਦੀਆਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ, ਥੱਲੇ ਉਤਰ ਕੇ ਫਤਿਹ ਬੁਲਾਓ, ਜਵਾਬ ਵੀ ਨਹੀਂ ਦਿੰਦੇ, ਅੱਗੋਂ ਜਵਾਬ ਵੀ ਨਹੀਂ ਹੁੰਦਾ ਹੈ। ਜਿਤਨਾ ਵੱਡਾ ਗਿਆਨੀ ਤੇ ਉਤਨਾ ਵੱਡਾ ਹੰਕਾਰ ਹੈ। ਹਮ ਵੱਡ ਕਵ ਕੁਲੀਨ ਹਮ ਪੰਡਤ, ਹਮ ਜੋਗੀ ਸੰਨਿਆਸੀ, ਮੈਂ ਜੋਗੀ ਹਾਂ, ਮੈਂ ਸੰਨਿਆਸੀ ਹਾਂ। ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਇਹ ਜਿਹੜੀ ਹੰਕਾਰ ਦੀ ਮੱਤ ਹੈ ਨਾ, ਇਹ ਕਿਸੇ ਦੀ ਜਾਂਦੀ ਨਹੀਂ ਹੈ, ਇਹ ਨਹੀਂ ਜਾਂਦੀ। ਕਹੋ ਰਵਿਦਾਸ ਸਭੇ ਨਹੀਂ ਸਮਝਸ, ਭੂਲ ਪਰੇ ਜੈਸੇ ਬੋਰੇ। ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਇਹ ਹੰਕਾਰ ਦੀ ਮੱਤ ਲੋਕਾਂ ਦੀ ਜਾਂਦੀ ਨਹੀਂ। ਜਿਤਨਾ ਗੁਣ ਵੱਧਦਾ ਉਤਨਾ ਹੰਕਾਰ ਵੱਧਦਾ ਜਾਂਦਾ ਹੈ। ਇਹ ਬੁੱਧ ਕਬੇ ਨਾ ਨਾਸੀ, ਨਹੀਂ ਜਾਂਦੀ ਇਹ ਮੱਤ। ਭਗਤ ਤੁਲਸੀਦਾਸ ਜੀ ਕਹਿੰਦੇ ਨੇ ਐਸੋ ਕੋ ਜਨਮਿਓ ਜਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਐਸਾ ਸੰਸਾਰ ਦੇ ਵਿੱਚ ਕੌਣ ਜਨਮਿਆ ਹੈ ਜਿਹਨੂੰ ਥੋੜ੍ਹੀ ਜਿਹੀ ਪ੍ਰਭਤਾ ਮਿਲੀ ਹੋਵੇ,
ਤੇ ਉਹਦੇ ਅੰਦਰ ਮਦ ਹੰਕਾਰ ਨਸ਼ਾ ਨਾ ਆਇਆ ਹੋਵੇ। ਕੋਈ ਐਸਾ ਨਜ਼ਰ ਆਉਂਦਾ ਹੈ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਜੋ ਬਨ ਧਨ ਪ੍ਰਭਤਾ ਕੇ ਮਦ में ਅਹਨਿਸ ਰਹੇ ਦੀਵਾਨਾ। ਜੋਬਨ ਜਵਾਨੀ ਤਨ, ਤਨ ਦਾ ਹੰਕਾਰ, ਪ੍ਰਭਤਾ ਮਾਣ ਪ੍ਰਤਿਸ਼ਠਾ ਦਾ ਹੰਕਾਰ, ਦੂਜੇ ਨੂੰ ਕੁਝ ਸਮਝਦੇ ਨਹੀਂ ਹਨ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਆਪਸ ਕੋ ਦੀਰਘ ਕਰ ਜਾਣੇ, ਔਰਨ ਕੋ ਲਗ ਮਾਤ, ਮਨਸਾ ਬਾਚਾ ਕਰਮ ਨਾ ਹੋ ਦੇਖੇ ਦੋਜਕ ਜਾਤ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਜਿਹੜਾ ਬੰਦਾ ਆਪਣੇ ਆਪ ਨੂੰ ਹੀ ਸਭ ਕੁਝ ਸਮਝਦਾ ਵੇ, ਆਪਸ ਕੋ ਦੀਰਘ ਕਰ ਮਾਨੇ, ਔਰਨ ਕੋ ਲਗ ਮਾਤ, ਆਪਣੇ ਆਪ ਨੂੰ ਤੇ ਪੂਰਾ ਅੱਖਰ ਸਮਝਦਾ ਹੈ, ਦੂਜਿਆਂ ਨੂੰ ਸਿਆਰੀ ਬਿਆਰੀ ਛੋਟੀਆਂ ਮਾਤਰਾਵਾਂ ਸਮਝਦਾ ਹੈ। ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਐਸਾ ਬੰਦਾ ਸਿੱਧਾ ਹੀ ਦੋਜਕ ਵਿੱਚ ਜਾਏਗਾ, ਸਿੱਧਾ ਹੀ ਨਰਕਾਂ ਦੇ ਵਿੱਚ ਪੈਣਾ, ਉਹਨੂੰ ਕੋਈ ਨਹੀਂ ਬਚਾ ਸਕਦਾ ਵੇ, ਉਸ ਨੂੰ ਕੋਈ ਨਹੀਂ ਬਚਾ ਸਕਦਾ। ਹੰਕਾਰ ਹੈ ਮੈਂ ਹਾਂ ਤੂੰ ਕੁਛ ਵੀ ਨਹੀਂ ਹੈ, ਇਹੀ ਹੰਕਾਰ ਮਨੁੱਖ ਦੇ ਬਾਰ-ਬਾਰ ਦੇ ਜਨਮ ਮਰਨ ਦਾ ਕਾਰਨ ਬਣ ਜਾਂਦਾ ਹੈ। ਇਹੀ ਹੰਕਾਰ, ਇਹਦੇ ਕਰਕੇ ਸਾਡਾ ਜਨਮ ਹੁੰਦਾ ਹੈ, ਇਹਦੇ ਕਰਕੇ ਸਾਡਾ ਮਰਨ ਹੁੰਦਾ ਹੈ। ਹਉਮੈ ਏਹਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹੀ ਬੰਧਨਾ, ਫਿਰ ਜਿਉਨੀ ਪਾਏ। ਹੰਕਾਰ ਕਦੋਂ ਮਿਟਦਾ ਹੈ? ਜਦੋਂ ਗੁਰੂ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਤਾਂ ਆਏ ਤੋਂ ਇੱਥੇ ਅਸੀਂ ਆਪਣਾ ਹੰਕਾਰ ਮਿਟਾਉਣ ਵਾਸਤੇ, ਪਰ ਜੇ ਇੱਥੇ ਹੀ ਆ ਕੇ ਹੰਕਾਰ ਹੋਰ ਪੈਦਾ ਹੋ ਜਾਏ ਤਾਂ ਫਿਰ ਬੰਦਾ ਕੀ ਕਰੇ? ਫਿਰ ਮੈਂ ਇਹ ਕੀਤਾ, ਮੈਂ ਇਹ ਕਰਨਾ, ਮੈਂ ਇਹ ਕਰ ਸਕਦਾ, ਤੂੰ ਕੁਛ ਵੀ ਨਹੀਂ ਕਰ ਸਕਦਾ ਹੈ। ਜਦੋਂ ਬੰਦੇ ਦਾ ਮੁਖ ਤੋਂ ਬੋਲ ਬੋਲ ਕੇ ਹੰਕਾਰ ਦੀ ਪੂਰਤੀ ਨਹੀਂ ਨਾ ਹੁੰਦੀ, ਫਿਰ ਬੰਦਾ ਆਖਦਾ ਹੁਣ ਮੇਰਾ ਨਾਮ ਲਿਖੋ ਪੱਥਰਾਂ ਦੇ ਉੱਤੇ, ਇਹ ਕੰਮ ਮੈਂ ਕਰਾਇਆ ਤਾਂ ਮੇਰਾ ਨਾਮ ਲਿਖ ਦਿਓ, ਇਹ ਸੇਵਾ ਮੈਂ ਕਰਾਈਏ ਤਾਂ ਮੇਰਾ ਨਾਮ ਲਿਖ ਦਿਓ। ਗੋਲਕ ਦੀ ਕੋਈ ਸੇਵਾ ਕਰਾਉਂਦਾ, ਗੋਲਕ ਦੇ ਉੱਤੇ ਗੁਰੂ ਤੋਂ ਅੱਗੇ ਉਹਦਾ ਨਾਮ ਲਿਖਿਆ ਹੁੰਦਾ ਵੇ। ਕਿਸੇ ਨੇ ਪਾਲਕੀ ਦੀ ਸੇਵਾ ਕਰਾਈ ਤੇ ਉੱਪਰ ਪਾਲਕੀ ਦੇ ਗੁਰੂ ਤੋਂ ਵੀ ਉੱਤੇ ਆਪਣਾ ਨਾਮ ਲਿਖਿਆ ਹੋਇਆ। ਤੇ ਜੇ ਕਿਧਰੇ ਹੋਰ ਵੀ ਪੱਥਰ ਲਵਾਉਣਾ ਹੋਵੇ ਨਾ, ਤੇ ਬੰਦਾ ਪਤਾ ਕੀ ਕਰਦਾ ਵੇ, ਉਸ ਜਗ੍ਹਾ ਤੇ ਪੱਥਰ ਲਵਾਉਂਦਾ ਆਪਣੇ ਨਾਮ ਦਾ, ਜਿੱਥੇ ਸਾਰਿਆਂ ਦੀ ਨਿਗਾਹ ਪੈਂਦੀ ਹੋਵੇ, ਉਸ ਜਗ੍ਹਾ ਤੇ ਆਪਣਾ ਹੀ ਨਾਮ ਲਿਖਣਾ ਹੈ। ਕਿਉਂ? ਮੈਂ ਕੀਤਾ, ਮੈਂ ਕਰਨਾ ਹੈ। ਇੱਕ ਜਗ੍ਹਾ ਤੇ ਮੈਂ ਪੜ੍ਹ ਕੇ ਦੰਗ ਰਹਿ ਗਿਆ। ਕਿਸੇ ਨੇ ਕਮਰੇ ਦੀ ਸੇਵਾ ਕਰਵਾਈ ਸੀ, ਬਾਹਰ ਉਸਨੇ ਇੱਕ ਫੱਟੀ ਲਵਾਈ, ਪੱਥਰ ਲਵਾਇਆ, ਉਹਦੇ ਉੱਤੇ ਲਿਖਿਆ ਹੋਇਆ ਸੀ, ਸਰਦਾਰ ਮਹਿੰਦਰ ਸਿੰਘ ਸਨ ਆਫ ਸਰਦਾਰ ਕਰਤਾਰ ਸਿੰਘ 5 ਲੱਖ ਰੁਪਏ ਦੇ ਕੇ ਇਸ ਕਮਰੇ ਦੀ ਸੇਵਾ ਗੁਪਤ ਕਰਾਈ ਹੈ। ਸਾਰਾ ਆਪਣਾ ਇਤਿਹਾਸ ਲਿਖਿਆ ਹੋਇਆ ਤੇ ਥੱਲੇ ਲਿਖਿਆ ਹੋਇਆ ਇਸ ਕਮਰੇ ਦੀ ਸੇਵਾ ਗੁਪਤ ਕਰਾਈ ਹੈ। ਅਸੀਂ ਆਪਣਾ ਨਾਮ ਲਿਖਣ ਤੇ ਲੱਗੇ ਹੋਏ ਹਾਂ। ਮੈਂ ਜੈਨ ਧਰਮ ਦੇ ਕਿਸੇ ਵਿਦਵਾਨ ਦੀ ਲਿਖੀ ਹੋਈ ਇੱਕ ਪੁਸਤਕ ਪੜ੍ਹੀ ਸੀ। ਕਹਿੰਦੇ ਇੱਕ ਬੰਦੇ ਨੇ ਨਾਮ ਜਪ ਕੇ ਨਾ ਤੇ ਸਵਰਗ ਦੀ ਪ੍ਰਾਪਤੀ ਕੀਤੀ, ਸਵਰਗਾਂ ਵਿੱਚ ਗਿਆ। ਤੇ ਜਿਹੜਾ ਸਵਰਗ ਦੇ ਵਿੱਚ ਬੈਠਾ ਸੀ ਧਰਮਰਾਜ, ਉਹਨੇ ਆਖਿਆ ਵੀ ਤੂੰ ਬੜਾ ਨਾਮ ਜਪਿਆ, ਹੁਣ ਤੇਰਾ ਨਾਮ ਲਿਖਿਆ ਜਾਏਗਾ ਇੱਥੇ, ਤੂੰ ਇਸ ਰਸਤੇ ਤੋਂ ਚਲਾ ਜਾ, ਅੱਗੇ ਇੱਕ ਗੇਟ ਆਏਗਾ, ਉੱਥੇ ਇੱਕ ਬੰਦਾ ਬੈਠਾ ਹੋਇਆ ਹੈ, ਉਹਨੂੰ ਆਖੀ ਵੀ ਮੈਂ ਆਪਣਾ ਨਾਮ ਲਿਖਣਾ ਮੈਂ। ਉਹ ਚਲਾ ਗਿਆ। ਗੇਟ ਦੇ ਉੱਤੇ ਜਿਹੜਾ ਬੰਦਾ ਬੈਠਾ ਸੀ ਨਾ, ਉਹਨੂੰ ਜਾ ਕੇ ਕਹਿੰਦਾ ਵੀ ਮੈਂ ਬੜਾ ਨਾਮ ਜਪਿਆ ਤੇ ਆਪਣਾ ਨਾਮ ਲਿਖਣ ਵਾਸਤੇ ਆਇਆ ਵਾਂ। ਉਹਨੇ ਇੱਕ ਛੈਣੀ ਤੇ ਇੱਕ ਹਥੌੜਾ ਦੇ ਦਿੱਤਾ, ਕਹਿੰਦਾ ਅੰਦਰ ਚਲਾ ਜਾ, ਇੱਕ ਬਹੁਤ ਵੱਡਾ ਪਹਾੜ ਹੈ ਪੱਥਰ ਦਾ, ਉਹਦੇ ਉੱਤੇ ਤੂੰ ਆਪਣਾ ਨਾਮ ਲਿਖ ਦੇ। ਉਹ ਬੰਦਾ ਬੜਾ ਖੁਸ਼ ਹੋਇਆ ਤੇ ਅੰਦਰ ਚਲਾ ਗਿਆ।
ਜਾ ਕੇ ਅੰਦਰ ਸਾਰਾ ਪਹਾੜ ਘੁੰਮਣ ਤੋਂ ਬਾਅਦ ਨਾ ਤੇ ਵਾਪਸ ਆ ਗਿਆ। ਕਹਿੰਦਾ ਜੀ ਬੰਦਾ ਤੂੰ ਮੈਨੂੰ ਅੰਦਰ ਭੇਜ ਦਿੱਤਾ ਨਾਮ ਲਿਖਣ ਵਾਸਤੇ, ਤੇ ਜਗ੍ਹਾ ਤੇ ਉੱਤੇ ਹੈ ਹੀ ਨਹੀਂ ਹੈ, ਮੈਂ ਆਪਣਾ ਨਾਮ ਕਿੱਥੇ ਲਿਖਾਂ। ਉਹ ਜਿਹੜਾ ਦਰਵਾਜ਼ੇ ਤੇ ਬੈਠਾ ਸੀ ਨਾ, ਉਹ ਬੜੀ ਜ਼ੋਰ ਦੀ ਹੱਸਣ ਲੱਗ ਪਿਆ। ਕਹਿੰਦੇ ਵੀ ਇੱਥੇ ਜਗ੍ਹਾ ਵਗਾ ਕੋਈ ਨਹੀਂ ਹੈ, ਕਿਸੇ ਦਾ ਨਾਮ ਮਿਟਾ ਦੇ ਤੇ ਆਪਣਾ ਉੱਥੇ ਲਿਖ ਦੇ। ਕਹਿੰਦਾ ਕਿਸੇ ਦਾ ਨਾਮ ਮਿਟਾ ਦਿਆਂ। ਉਹਨੇ ਆਖਿਆ ਵੀ ਸਦੀਆਂ ਤੋਂ, ਯੁਗਾਂ ਤੋਂ ਇਸ ਤਰ੍ਹਾਂ ਹੁੰਦਾ ਪਿਆ, ਕਿਸੇ ਦਾ ਨਾਮ ਮਿਟਾ ਦਿਓ ਤੇ ਆਪਣਾ ਲਿਖ ਦਿਓ, ਬਸ ਇਹੀ ਕੁਝ ਹੁੰਦਾ ਪਿਆ ਵੇ। ਔਰ ਮਨੁੱਖ ਦੀ ਫਿਤਰਤ ਵੀ ਤੁਸੀਂ ਦੇਖ ਲੈਣਾ, ਕਿਸੇ ਦਾ ਨਾਮ ਮਿਟਾਉਣ ਤੇ ਲੱਗਾ ਹੋਇਆ ਤੇ ਆਪਣਾ ਨਾਮ ਲਿਖਣ ਤੇ ਲੱਗਾ ਹੋਇਆ। ਇਹਦਾ ਮਿਟਾ ਦਿਓ ਤੇ ਆਪਣਾ ਲਿਖ ਦਿਓ, ਇਸ ਦਾ ਮਿਟਾ ਦਿਓ ਆਪਣਾ ਲਿਖ ਦਿਓ। ਕਿਉਂ? ਮੈਂ ਹਾਂ, ਮੈਂ ਕੀਤਾ, ਮੈਂ ਕਰਨਾ ਹੈ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਜਦੋਂ ਅਸੀਂ ਪੰਕਤੀਆਂ ਪੜ੍ਹਨੇ ਆ ਨਾ, ਉਹਦੀ ਵਿਆਖਿਆ ਕਰਨ ਲੱਗਿਆਂ ਕਈ ਵਾਰੀ ਸਾਡੀ ਜ਼ਬਾਨ ਰੁਕ ਜਾਂਦੀ ਹੈ, ਹਿਰਦਾ ਕੰਬ ਜਾਂਦਾ ਹੈ। ਤੇ ਜਦੋਂ ਸਿੱਖਾਂ ਦੇ ਵਿੱਚ ਹੰਕਾਰ ਦੇਖਦੇ ਹਾਂ ਤਾਂ ਫਿਰ ਹੈਰਾਨਗੀ ਹੁੰਦੀ ਹੈ, ਗੁਰੂ ਕੀ ਆਖਦਾ ਪਿਆ ਤੇ ਅਸੀਂ ਕੀ ਕਰਦੇ ਪਏ ਹਾਂ। ਬੜਾ ਸੁੰਦਰ ਨਾਮ ਦਿੱਤਾ ਹੈ ਮਹਾਰਾਜ ਨੇ, ਸਿੱਖ। ਮੈਂ ਸਿੱਖਣ ਵਾਸਤੇ ਤਿਆਰ ਹਾਂ, ਮੈਂ ਕੁਛ ਨਹੀਂ ਜਾਣਦਾ, ਮੈਂ ਸਿੱਖਣ ਆਇਆ ਹਾਂ, ਮੈਂ ਸਿੱਖਣਾ ਹੈ। ਅੱਜ ਕੱਲ੍ਹ ਤੇ ਸਾਨੂੰ ਮਿਲ ਜਾਂਦੇ ਨੇ ਜਿਹੜੇ ਕਥਾਵਾਚਕਾਂ ਨੂੰ ਪੜ੍ਹਾਉਣ ਲੱਗੇ ਹੋਏ ਨੇ, ਇੰਜ ਕਥਾ ਕਰਨੀ ਚਾਹੀਦੀ ਹੈ, ਇੰਜ ਨਹੀਂ ਕਰਨਾ ਚਾਹੀਦੀ, ਇਹ ਬੋਲਣਾ ਚਾਹੀਦਾ, ਇਹ ਨਹੀਂ ਬੋਲਣਾ ਚਾਹੀਦਾ। ਆਪ ਭਾਵੇਂ ਕਦੀ ਕਿਤਾਬ ਨੂੰ ਹੱਥ ਵੀ ਨਾ ਲਾਇਆ ਹੋਵੇ। ਸਿੱਖ ਨਾਮ ਦਿੱਤਾ ਸੀ ਜੋ ਸਿੱਖਣ ਵਾਸਤੇ ਤਿਆਰ ਹੈ। ਭਾਈ ਗੁਰਦਾਸ ਜੀ ਜਦੋਂ ਸਿੱਖੀ ਦੇ ਨਿਯਮ ਲਿਖਦੇ ਨੇ, ਸਿੱਖੀ ਦੇ ਗੁਣ ਲਿਖਦੇ ਨੇ, ਭਾਈ ਸਾਹਿਬ ਸ਼ੁਰੂਆਤ ਹੀ ਇੱਥੋਂ ਕਰਦੇ ਨੇ, ਹੋ ਤਿਸ ਘੋਲ ਕਮਾਇਆ, ਗੁਰਮਤਿ ਹਿਰਦੇ ਗਰੀਬੀ ਆਵੇ। ਮੈਂ ਉਸ ਤੋਂ ਕੁਰਬਾਨ ਜਾਨਾ ਜਿਹਦੇ ਹਿਰਦੇ ਦੇ ਵਿੱਚ ਗਰੀਬੀ, ਨਿਮਰਤਾ ਆ ਜਾਵੇ, ਮੈਂ ਉਸ ਤੋਂ ਕੁਰਬਾਨ ਜਾਨਾ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਮਹਾਰਾਜ ਕਹਿੰਦੇ ਨੇ, ਹਰ ਕੇ ਜਨ ਸਤਿਗੁਰ ਸਤਿਪੁਰਖਾਂ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮਹਾਰਾਜ ਕਹਿੰਦੇ ਨੇ, ਹੈ ਨਿਰੰਕਾਰ ਪਰਮਾਤਮਾ, ਤੇਰੇ ਦਰ ਦੇ ਜਿਹੜੇ ਸੇਵਕ ਨੇ ਨਾ, ਮੈਂ ਉਹਨਾਂ ਦੇ ਕੀੜਿਆਂ ਤੋਂ ਵੀ ਛੋਟਾ, ਉਹਨਾਂ ਦੇ ਚਰਨਾਂ ਦੇ ਵਿੱਚ ਨਿਮਰਤਾ ਦੀ ਹੱਦ ਕਰਦੇ ਨੇ ਮਹਾਰਾਜ, ਬਈ ਛੋਟੇ ਤੋਂ ਵੀ ਛੋਟਾ ਹਾਂ ਮੈਂ, ਤੇ ਅਸੀਂ ਵੱਡਾ ਹੋਣਾ ਚਾਹੁੰਦੇ ਹਾਂ। ਮੈਂ ਇਹ ਕੀਤਾ, ਮੈਂ ਇਹ ਕਰਨਾ, ਮੈਂ ਇਹ ਕੀਤਾ। ਭਾਈ ਗੁਰਦਾਸ ਜੀ ਆਗਰੇ ਦੇ ਵਿੱਚ ਗਏ ਸਨ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ। ਅਚਾਨਕ ਖਬਰ ਆ ਗਈ ਕਿ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ ਹਨ। ਤੇ ਭਾਈ ਗੁਰਦਾਸ ਜੀ ਨੂੰ ਜਦੋਂ ਪਤਾ ਲੱਗਾ ਤੇ ਉਹਨਾਂ ਨੇ ਚੱਲਣ ਦੀ ਤਿਆਰੀ ਕਰ ਲਈ ਕਿ ਚੱਲ ਕੇ ਦੇਖੀਏ ਮਹਾਰਾਜ ਜੋਤੀ ਜੋਤ ਸਮਾ ਗਏ ਨੇ। ਤੇ ਪੰਜਵਾਂ ਗੁਰੂ ਨਾਨਕ ਕਿਸ ਨੂੰ ਬਣਾ ਕੇ ਗਏ ਨੇ, ਇਹ ਵੀ ਦੇਖਣਾ ਉੱਥੇ ਚੱਲ ਕੇ। ਭਾਈ ਸਾਹਿਬ ਨੇ ਜਦੋਂ ਚੱਲਣ ਦੀ ਤਿਆਰੀ ਕੀਤੀ ਨਾ, ਤੇ ਬਹੁਤ ਸਾਰੀਆਂ ਸਿੱਖ ਸੰਗਤਾਂ ਭਾਈ ਗੁਰਦਾਸ ਜੀ ਨੂੰ ਸ਼ਹਿਰ ਤੋਂ ਬਾਹਰ ਤੱਕ ਛੋੜਨ ਵਾਸਤੇ ਜਾਂਦੀਆਂ ਨੇ। ਕੀਰਤਨ ਹੁੰਦਾ ਪਿਆ, ਸਿਮਰਨ ਕਰਦੀਆਂ ਹੋਈਆਂ ਸੰਗਤਾਂ, ਭਾਈ ਗੁਰਦਾਸ ਜੀ ਅੱਗੇ ਅੱਗੇ, ਬਾਕੀ ਸਾਰੇ ਪਿੱਛੇ ਪਿੱਛੇ। ਜਦੋਂ ਲੋਕਾਂ ਨੇ ਵੇਖਿਆ ਵੀ ਕੋਈ ਮਹਾਂਪੁਰਖ ਜਾਂਦੇ ਪਏ ਨੇ ਸੜਕ ਤੇ, ਤਾਂ ਸੜਕ ਦੇ ਦੋਨਾਂ ਕਿਨਾਰਿਆਂ ਦੇ ਉੱਤੇ ਨਾ ਲੋਕਾਂ ਦੀ ਭੀੜ ਇਕੱਠੀ ਹੋ ਗਈ ਵੀ ਕਿਹੜੇ ਮਹਾਂਪੁਰਖ ਜਾਂਦੇ ਪਏ ਨੇ। ਸੜਕ ਦੇ ਕਿਨਾਰੇ ਖੜੀ ਹੋਈ ਭੀੜ ਦੇ ਵਿੱਚੋਂ ਕਿਸੇ ਇੱਕ ਨੇ ਦੂਸਰੇ ਨੂੰ, ਆਪਣੇ ਮਿੱਤਰ ਨੂੰ ਪੁੱਛਿਆ ਬਈ ਇਹ ਕੌਣ ਜਾਂਦੇ ਪਏ ਨੇ, ਇਹ ਕੌਣ ਜਾ ਰਹੇ ਹਨ। ਕਹਿੰਦੇ ਨੇ ਇਹ ਆਵਾਜ਼ ਪੈ ਗਈ ਭਾਈ ਗੁਰਦਾਸ ਜੀ ਦੇ ਕੰਨਾਂ ਦੇ ਵਿੱਚ। ਸੁਣ ਲਿਆ ਭਾਈ ਗੁਰਦਾਸ ਜੀ ਨੇ, ਇਹ ਕੌਣ ਜਾਂਦੇ ਪਏ ਨੇ। ਤੇ ਭਾਈ ਗੁਰਦਾਸ ਜੀ ਉਹਦੇ ਕੋਲ ਜਾ ਕੇ ਨਾ ਤੇ ਹੱਥ ਜੋੜ ਕੇ ਕਹਿੰਦੇ ਨੇ ਵੀ ਜੇ ਮੇਰੇ ਬਾਰੇ ਪੁੱਛਦਾ ਪਿਆ ਨਾ
ते मैनू पुछ, किसे होर नू ना पुछ। अगर मेरे बारे तू पुछदा पिया तो तू सिर्फ मैनू ही पुछ, किसे होर नू ना पुछी तू। क्यों? मेरे बारे सिर्फ मैं ही जानदा हाँ कि मैं की हाँ। हर बंदे दियां दो तस्वीरां ने, एक तस्वीर बाहर दी है, एक तस्वीर साडे अंदर दी है। बाहरों ते असी सारे संत बने हुए हाँ, हर बंदा ही आखदा भी मेरे तो चंगा तो कोई हो ही नहीं सकता। मैं बड़े सोहने कपड़े पाए ने, दस्तार सजाई है, गल विच परना पाया है, कथा तुहानू सुणांदा पिया मैं। हुण बाहरों ते मेरी तस्वीर बड़ी चंगी है, पर अंदरों मैं की हाँ ये सिर्फ मैं ही जानदा हाँ, दूजा कोई नहीं जान सकता। और दुनिया दे विच बड़ी तरक्की होई, बड़े बड़े डिजिटल कैमरे आ गए ने, चंद तक दियां तस्वीरां भी खिंच लैंदे न, पर कोई ऐसा कैमरा अज तक ना बनिया ते ना बन सकदा है जो बंदे दे अंदर दी तस्वीर खिंचे, ये बंदा अंदरों की है। लोभी है, क्रोधी है, कामी है, हंकारी है, बाहरों देख के पता नहीं चलेगा। इस वक्त महाराज ने सुचेत किया है। महाराज कहते ने कहाँ भयो जो दो लोचन मूंद के, बैठ रहो बक ध्यान लगायो, नाथ फिरियो लिए सात समुद्रन, लोक गयो परलोक गवायो। अखा बंद करके बैठा है, समाधि ला के बैठा है, किधरे ये ना समझ लेना भी कोई संत बैठा होया है, ये ना समझ लेना किधरे। कबीर साहब तो कहते ने गले जिना जप मालियां, लोटे हाथ ने पख, ए हर के संत न आखिए बाना रस के ठग। बाहरों दिखाई देंदा पिया संत हो सकता है, अंदरों निरा ठग ही होवे। और माफ करना, संत ते कोई विरला ही होंदा है, ठगां नाल दुनिया भरी पई है अज। भाई गुरदास जी कहते ने भी जे मेरे बारे पुछदा पिया ते सिर्फ मैनू पुछ, क्योंकि मैं की हाँ ये सिर्फ मैं ही जानदा हाँ, और कोई नहीं जानदा। ते उसने हाथ जोड़ के आख्या, महाराज फिर तुसी आप ही दसो भी तुसी कौन हो। सिख पंथ दे वेद व्यास भाई साहब भाई गुरदास जी, जिन्हां दी बाणी नूं गुरु अर्जन देव महाराज ने कुंजी का खिताब दिता है। जो तेरी बाणी पढ़ेगा गुरु ग्रंथ साहब महाराज के शब्दां नूं खोल सकेगा। मेरे उस्ताद ज्ञानी संत सिंह जी मस्कीन साहब जी ने जो अध्ययन किया सी, कहते ने 150 तो वध शब्द ऐसे ने जिन्हां दी व्याख्या भाई गुरदास जी ने की है, किधरे सिख अर्थ करन लगिया भुलेखा ना खा जावे, उन्होंने अर्थ किए ने। पर अज साडे कोल भाई गुरदास जी नूं पढ़न दा किते समा रह गया वे। लोकी जपजी साहब बड़ी मुश्किल नाल पढ़ते हैं 5-7 मिनटां दे विच। साडे कोल गुरु ग्रंथ साहब महाराज की बाणी पढ़न दा समा नहीं, भाई गुरदास नूं कित्थों पढ़ना वे असीं। मैं देखिया अखबारां दा लोकी अखंड पाठ कर जांदे ने, इक्को ही खबर नूं बार बार पढ़ी जाणगे, पर अपना लिटरेचर नहीं पढ़ते हैं, अपनी बाणी नहीं पढ़ते हैं, अपने विद्वानां नूं नहीं पढ़ते हैं। भाई गुरदास जी कहते ने भी मैं कौन हाँ, ते बड़े ध्यान नाल तुसीं सुनना, क्योंकि गुरु की जिहड़ी बाणी है, भाई गुरदास जी दे जो मुबारक शब्द ने, किधरे साडे मन तक पहुँच जान तो सिक्खी की प्राप्ति हो सकती है। भाई साहब कहते ने कि मैं कौन हाँ। भाई साहब कहते ने हो अपराधी गुनहगार हो बेमुख मंदा, चोर यार जुआर हो पर कर जो हंदा, निंदक दुष्ट हराम खोर ठग देश ठगंदा, काम क्रोध मद लोभ मोह अहंकार करंदा, विश्वास घाती अकिरत कण मैं को न रखंदा। भाई गुरदास जी कहते हैं कि 20 अवगुण जिहड़े सब तो वड्डे ने ना,
वो मेरे अंदर ने। ਤੇ ਉਹ ਜਿਹਨੇ ਪੁੱਛਿਆ ਸੀ ਨਾ, ਬੜਾ ਸ਼ਰਮਸਾਰ ਹੋਇਆ ਤੇ ਹੱਥ ਜੋੜ ਕੇ ਪੁੱਛਦਾ ਹੈ, ਜੇ ਤੁਹਾਡੇ ਵਿੱਚ ਇਤਨੇ ਅਵਗੁਣ ਨੇ ਤੇ ਫਿਰ ਤੁਹਾਡਾ ਇਤਨਾ ਸਤਿਕਾਰ ਕਿਉਂ ਹੁੰਦਾ ਪਿਆ ਵੇ? ਲੋਕੀ ਪਿੱਛੇ ਚੱਲਦੇ ਪਏ ਨੇ, ਬਾਣੀ ਪੜ੍ਹਦੇ ਪਏ ਨੇ, ਫੁੱਲਾਂ ਦੀ ਤੁਹਾਡੇ ਉੱਤੇ ਵਰਖਾ ਹੁੰਦੀ ਹੈ, ਅੱਗੋਂ ਜਿਹੜਾ ਆ ਕੇ ਮਿਲਦਾ ਉਹ ਤੁਹਾਡੇ ਚਰਨਾਂ ਤੇ ਨਮਸਕਾਰ ਕਰਦਾ, ਤੁਸੀਂ ਆਖਦੇ ਹੋ 20 ਅਵਗੁਣ ਮੇਰੇ ਵਿੱਚ ਬਹੁਤ ਵੱਡੇ ਨੇ, ਸਤਿਕਾਰ ਤੁਹਾਡਾ ਬਹੁਤ ਜ਼ਿਆਦਾ ਹੁੰਦਾ ਪਿਆ ਹੈ। ਕਹਿੰਦੇ ਨੇ ਭਾਈ ਗੁਰਦਾਸ ਜੀ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਨੇ। ਕਹਿੰਦੇ ਨੇ 20 ਅਵਗੁਣ ਤਾਂ ਮੇਰੇ ਵਿੱਚ ਸਭ ਤੋਂ ਵੱਡੇ ਨੇ, ਪਰ ਭਾਈ ਸਾਹਿਬ ਕਹਿੰਦੇ ਨੇ ਸਿਮਰ ਮੁਰੀਦਾ ਟਾਟੀਆਂ ਸਤਿਗੁਰੂ ਬਖਸ਼ੰਦਾ। ਪਤਾ ਨਹੀਂ ਗੁਰੂ ਰਾਮਦਾਸ ਮਹਾਰਾਜ ਨੇ ਮੇਰੇ ਤੇ ਕਿਹੜਾ ਤਰਸ ਕੀਤਾ ਹੈ ਕਿ ਮੇਰੇ ਅਵਗੁਣ ਯਾਰੇ ਦਾ ਇਤਨਾ ਸਤਿਕਾਰ ਕਰਾ ਦਿੱਤਾ ਵੇ। ਭਾਈ ਸਾਹਿਬ ਕਹਿੰਦੇ ਨੇ ਇਤਨੇ ਅਵਗੁਣ ਮੇਰੇ ਵਿੱਚ ਨੇ ਤੇ ਅਸੀਂ ਤੇ ਛੋਟੇ ਛੋਟੇ ਗੁਣਾਂ ਦੇ ਉੱਤੇ ਵੱਡਾ ਹੰਕਾਰ ਕਰਕੇ ਬੈਠ ਜਾਂਦੇ ਹਾਂ, ਮੇਰੇ ਵਰਗਾ ਕੋਈ ਹੈ ਹੀ ਨਹੀਂ ਹੈ ਦੂਸਰਾ, ਅਸੀਂ ਕਿਸੇ ਨੂੰ ਕੋਈ ਸਮਝਦੇ ਹੀ ਨਹੀਂ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨਿਮਰਤਾ ਦੀ ਹੱਦ ਕਰਦੇ ਹਨ। ਕਿਉਂ? ਭਾਈ ਸਾਹਿਬ ਕਹਿੰਦੇ ਨੇ ਜੇ ਅੰਦਰ ਨਿਮਰਤਾ ਹੈ ਤਾਂ ਫਿਰ ਸਿੱਕੀ ਹੈ, ਜੇ ਸਿੱਕੀ ਹੈ ਤਾਂ ਫਿਰ ਗੁਰੂ ਦੀ ਪ੍ਰਾਪਤੀ ਹੈ, ਜੇ ਗੁਰੂ ਦੀ ਪ੍ਰਾਪਤੀ ਹੈ ਤਾਂ ਫਿਰ ਰੱਬ ਦੀ ਪ੍ਰਾਪਤੀ ਹੈ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਣ, ਇੱਕੋ ਹੀ ਨੇ ਦੋਨੋਂ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਪਾਵਨ ਬਖਸ਼ਿਸ਼ ਕਰ ਰਹੇ ਹਨ ਕਿ ਸਤਿਗੁਰੂ ਮਿਲਿਏ ਆਪ ਗਿਆ ਤ੍ਰਿਭੁਵਨ ਸੋਝੀ ਪਾਈ। ਜਦੋਂ ਗੁਰੂ ਮਿਲ ਪਿਆ ਤੇ ਫਿਰ ਆਪਾ ਅੰਦਰੋਂ ਮੈਂ ਮਿਟ ਗਈ ਤੇ ਤੂੰ ਦਾ ਅੰਦਰ ਪ੍ਰਕਾਸ਼ ਹੋ ਗਿਆ। ਬੁੱਲੇ ਸ਼ਾਹ ਜੀ ਨੇ ਇੱਕ ਦਿਨ ਆਪਣੇ ਉਸਤਾਦ ਅਨਾਇਤ ਸ਼ਾਹ ਨੂੰ ਪੁੱਛਿਆ ਵੀ ਖੁਦਾ ਕਿਵੇਂ ਮਿਲਦਾ ਵੇ, ਅਸੀਂ ਖੁਦਾ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹਾਂ? ਉਸਤਾਦ ਨੇ ਵੇਖਿਆ ਵੀ ਸਾਹਮਣੇ ਇੱਕ ਬਹੁਤ ਵੱਡਾ ਦਰਖਤ ਸੀ, ਆਖਿਆ ਬੁੱਲਿਆ ਜੇ ਖੁਦਾ ਨੂੰ ਪਾਣਾ ਹੀ ਤੇ ਇਹਦੇ ਉੱਤੇ ਚੜ੍ਹ ਜਾ ਫਿਰ। ਹੁਣ ਬੁੱਲੇ ਸ਼ਾਹ ਜੀ ਕਦੀ ਚੜ੍ਹੇ ਤਾਂ ਹੈ ਨਹੀਂ ਸਨ ਦਰਖਤ ਤੇ, ਪਰ ਉਸਤਾਦ ਦਾ ਹੁਕਮ ਸੀ ਚੜ੍ਹਨਾ ਸ਼ੁਰੂ ਕਰ ਦਿੱਤਾ। ਜਿਉਂ-ਜਿਉਂ ਉੱਤੇ ਚੜ੍ਹਦੇ ਨੇ ਤੇ ਲੱਤਾਂ ਕੰਬਦੀਆਂ ਨੇ, ਦਿਲ ਕੰਬਦਾ, ਉਚਾਈ ਤੋਂ ਡਰ ਲੱਗਦਾ। ਥੱਲੋਂ ਉਸਤਾਦ ਜੀ ਨੇ ਪੁੱਛਿਆ ਵੀ ਬੁੱਲਿਆ ਕੀ ਹਾਲ ਹੈ? ਤੇ ਬੁੱਲੇ ਸ਼ਾਹ ਜੀ ਕਹਿੰਦੇ ਨੇ ਉਸਤਾਦ ਜੀ ਮੈਂ ਮੋਇਆ। ਤੇ ਉਸਤਾਦ ਕਹਿੰਦਾ ਬਸ ਮੈਂ ਮੋਇਆ ਤੇ ਖੁਦਾ ਹੋਇਆ, ਜਦੋਂ ਮੈਂ ਮਰ ਜਾਏਗੀ ਤੇ ਖੁਦਾ ਮਿਲ ਜਾਏਗਾ ਆਪੇ ਹੀ ਤੈਨੂੰ। ਜਿਸ ਦੇ ਅੰਦਰੋਂ ਆਪਾ ਮਿਟ ਜਾਂਦਾ, ਮੈਂ ਮਿਟ ਜਾਂਦੀ ਹੈ, ਮਹਾਰਾਜ ਕਹਿੰਦੇ ਨੇ ਉਹਨੂੰ ਖੁਦਾ ਮਿਲ ਜਾਂਦਾ, ਰੱਬ ਮਿਲ ਜਾਂਦਾ। ਤੇ ਜਿਹਨੂੰ ਰੱਬ ਮਿਲ ਪਵੇ ਨਾ ਤ੍ਰਿਭੁਵਨ ਸੋਝੀ ਪਾਈ, ਉਹਨੂੰ ਫਿਰ ਤਿੰਨਾਂ ਹੀ ਲੋਕਾਂ ਦੀ ਸੋਝੀ ਹੋ ਜਾਂਦੀ ਹੈ। ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਮਹਾਰਾਜ ਕਹਿੰਦੇ ਨੇ ਨਿਰਮਲ ਜੋਤ ਪਸਰ ਰਹੀ ਜੋਤੀ ਜੋਤ ਮਿਲਾਈ। ਜਦੋਂ ਤਿੰਨੇ ਹੀ ਭਵਨਾਂ ਦੀ ਸੋਝੀ ਹੋ ਜਾਂਦੀ ਹੈ ਤਾਂ ਫਿਰ ਉਹਦੀ ਦ੍ਰਿਸ਼ਟੀ ਇਤਨੀ ਸਮਦ੍ਰਿਸ਼ਟ ਹੋ ਜਾਂਦੀ ਹੈ, ਉਹਨੂੰ ਪਤਾ ਲੱਗ ਜਾਂਦਾ ਕਿ ਹੁਣ ਜੋ ਕੁਝ ਵੀ ਹੈ ਸਭ ਰੱਬ ਦਾ ਹੀ ਰੂਪ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਨੇਤਰੋ ਮੇਰੇ ਹੋ ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਅੱਖਾਂ ਰੱਬ ਨੇ ਸਾਨੂੰ ਦਿੱਤੀਆਂ ਨੇ ਰੱਬ ਦੇ ਦਰਸ਼ਨ ਕਰਨ ਵਾਸਤੇ, ਪਰ ਇਹਨਾਂ ਅੱਖਾਂ ਦੇ ਨਾਲ ਅਸੀਂ ਪਰਿਵਾਰ ਨੂੰ ਦੇਖਦੇ ਹਾਂ, ਸੰਸਾਰ ਨੂੰ ਦੇਖਦੇ ਹਾਂ, ਧਨ ਪਦਾਰਥਾਂ ਨੂੰ ਦੇਖਦੇ ਹਾਂ, ਦੁਨੀਆ ਦੇ ਸੁੱਖਾਂ ਨੂੰ ਦੇਖਦੇ ਹਾਂ। ਅਗਰ ਨਹੀਂ ਦੇਖਦੇ ਤਾਂ ਅਸੀਂ ਰੱਬ ਨੂੰ ਨਹੀਂ ਵੇਖਦੇ ਹਾਂ, ਅਸੀਂ ਰੱਬ ਨੂੰ ਨਹੀਂ ਵੇਖਦੇ। ਮਹਾਰਾਜ ਕਹਿੰਦੇ ਨੇ ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਸਾਰਾ ਸੰਸਾਰ ਹੀ ਰੱਬ ਦਾ ਰੂਪ ਹੈ, ਪਰ ਕਿਸੇ ਕੋਲ ਵੇਖਣ ਵਾਲੀ ਅੱਖ ਹੋਵੇ ਤਾਂ ਹੀ ਵੇਖ ਸਕਦਾ ਹੈ, ਉਂਝ ਤਾਂ ਕੋਈ ਵੇਖ ਨਹੀਂ ਸਕਦਾ ਇਸ ਨੂੰ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪੀਰ ਦਸਤਗੀਰ ਨੇ 3 ਸਵਾਲ ਕੀਤੇ ਸਨ। ਰੱਬ ਤੋਂ ਪਹਿਲਾਂ ਕੀ ਹੈ, ਉਹ ਰੱਬ ਰਹਿੰਦਾ ਕਿੱਥੇ ਹੈ, ਤੇ ਉਹ ਰੱਬ ਕਰਦਾ ਕੀ ਹੈ। ਪਰ ਹੁਣ ਕਿਉਂਕਿ ਇਤਨਾ ਸਮਾਂ ਨਹੀਂ ਮੇਰੇ ਕੋਲ, ਕਹਿੰਦੇ ਉਹ ਰੱਬ ਰਹਿੰਦਾ ਕਿੱਥੇ ਹੈ।
गुरु नानक सच्चे पातशाह कहते ने जे एक कटोरा दुध मंगा देवे तो फिर मैं तैनूं दसां कि रब कित्थे रहिंदा वे। पीर दस्तगीर सोचदा है शायद भुख लगी है, दुध पीणगे तो फिर दसणगे। उन्हें हुक्म किया एक कटोरा दुध दा आया ते महाराज सच्चे पातशाह बड़ी गौर नाल उस दुध विच वेखण लग पए ने। पीर दस्तगीर कहंदे भी की देखदे पए हो? महाराज कहंदे ने मैं वेखदा पिया कि इस दुध दे विच मक्खण है कि नहीं है। ते पीर सियाणा सी ओ, कहंदे भी दुध दा एक एक कण मक्खण दे नाल लबरेज है। दुध दा कोई कण ऐसा नहीं जिहदे विच मक्खण ना होवे, घ्यो ना होवे। पर महाराज उत्ते कढना पैंदा तां दिखाई देंदा। महाराज कहंदे ने तू पुछिया ना कि रब रहिंदा कित्थे वे? ਉਹ ਰੱਬ ਸੰਸਾਰ ਦੇ ਵਿੱਚ ਹੀ ਰਹਿੰਦਾ ਹੈ, ਪਰ ਜਿਸ ਤਰ੍ਹਾਂ ਦੁੱਧ ਵਿੱਚੋਂ ਮੱਖਣ ਕੱਢਣਾ ਪੈਂਦਾ ਹੈ ਨਾ, ਉਸ ਰੱਬ ਨੂੰ ਵੀ ਭਗਤੀ ਕਰਕੇ ਵੇਖਣਾ ਪੈਂਦਾ ਵੇ। ਉਹਨੂੰ ਵੇਖਣਾ ਪੈਂਦਾ, ਉਂਝ ਨਹੀਂ ਦਿਖਾਈ ਦਿੰਦਾ। एक विद्वान कहते जर्रे जर्रे में उसका ही नूर है, तुझे दिखाई ना दे तो किसका कसूर है। कण कण दे विच ओ रब परमात्मा मौजूद है, पर सानू दिखाई नहीं देंदा। क्यों? क्योंकि साडे कोल ओ अख नहीं है वेखण वाली। बोलिया रब तैथों वख नहीं, पर वेखण वाली अख नहीं है। साडे कोल अख नहीं है। गुरु अर्जन देव जी महाराज कहते ने नानक से अखड़ियां बेअन जिने डिसंदो मां पीरी। ਉਹ ਅੱਖਾਂ ਕੋਈ ਹੋਰ ਨੇ ਜਿਨ੍ਹਾਂ ਅੱਖਾਂ ਦੇ ਨਾਲ ਰੱਬ ਦੇ ਦਰਸ਼ਨ ਕੀਤੇ ਜਾਂਦੇ ਹਨ। ਉਹ ਅੱਖਾਂ ਕੋਈ ਹੋਰ ਨੇ। ਤਾਂ ਕਿਆ ਉਹ ਅੱਖਾਂ ਕਿਧਰੋਂ ਸਾਨੂੰ ਲਿਆਣੀਆਂ ਪੈਂਦੀਆਂ ਨੇ? ਨਹੀਂ। ਮਸਕੀਨ ਸਾਹਿਬ ਜੀ ਕਿਆ ਕਰਦੇ ਸਨ ਕਿ ਅਗਰ ਮਨੁੱਖ ਚਾਹੇ ਆਪਣੀਆਂ ਇਹਨਾਂ ਅੱਖਾਂ ਦੀ ਦ੍ਰਿਸ਼ਟੀ ਨੂੰ ਇਤਨਾ ਵਧਾ ਸਕਦੇ ਨੇ, ਇਤਨਾ ਵਧਾ ਸਕਦੇ ਨੇ ਕਿ ਇਹ ਰੱਬ ਦੇ ਦਰਸ਼ਨ ਕਰ ਸਕਦੀਆਂ ਹਨ। ਇਤਨਾ ਵਧਾ ਸਕਦੇ। ਪਰ ਉਹ ਕਿਵੇਂ ਵੱਧਦੀਆਂ ਨੇ? ਜਦੋਂ ਆਪਾ ਅੰਦਰੋਂ ਮਿਟ ਜਾਂਦਾ ਹੋਵੇ। ਜਿਵੇਂ ਇੱਕ ਬੂੰਦ ਹੈ ਨਾ, ਬੂੰਦ ਜਦੋਂ ਸਾਗਰ ਦੇ ਵਿੱਚ ਮਿਲ ਜਾਂਦੀ ਹੈ, ਉਹਨੂੰ ਸਾਰੇ ਸਾਗਰ ਦੀ ਸੋਝੀ ਹੋ ਜਾਂਦੀ ਹੈ। ਫਿਰ ਸਾਗਰ ਕਿਤਨਾ ਵੱਡਾ ਹੈ। ਆਤਮਾ ਜਦੋਂ ਪਰਮਾਤਮਾ ਵਿੱਚ ਮਿਲ ਜਾਂਦੀ ਹੈ, ਫਿਰ ਉਸਨੂੰ ਸੋਝੀ ਹੋ ਜਾਂਦੀ ਹੈ। ਫਿਰ ਸਭ ਵਿੱਚ ਦਿਖਾਈ ਦੇਣ ਲੱਗ ਪੈਂਦਾ ਵੇ ਰੱਬ। ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਮੇਰੇ ਸਾਹਿਬਾ तेरे चोज विडाणा, जल थल महीयर भरपूर लीना, आपे सर्व समाना। ਉਹ ਰੱਬ ਤੇ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਵੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਔਰੰਗਜ਼ੇਬ ਨੇ ਕਿਹਾ ਸੀ ਵੀ ਇਹ ਤੁਸੀਂ ਕਿਹਦੇ ਵਾਸਤੇ ਕੁਰਬਾਨ ਹੋਣ ਆਏ ਹੋ? ਮੇਰਾ ਤਜਰਬਾ ਇਹ ਆਖਦਾ ਕਿ ਇਹ ਤੁਹਾਡੇ ਨਾਲ ਇੱਕ ਦਿਨ ਧੋਖਾ ਕਰਨਗੇ। ਜਿਨ੍ਹਾਂ ਵਾਸਤੇ ਤੁਸੀਂ ਕੁਰਬਾਨ ਹੋਣ ਆਏ ਹੋ, ਇਹ ਤੁਹਾਡੇ ਨਾਲ ਇੱਕ ਦਿਨ ਧੋਖਾ ਕਰਨਗੇ। ਔਰ ਯਕੀਨ ਜਾਣੋ ਕਦਮ ਕਦਮ ਤੇ ਸਿੱਖਾਂ ਦੇ ਨਾਲ ਧੋਖਾ ਹੁੰਦਾ ਪਿਆ ਵੇ, ਕਦਮ ਕਦਮ ਤੇ। ਮਹਾਰਾਜ ਕਹਿੰਦੇ ਨੇ ਕਿ ਜੇ ਤੂੰ ਵੀ ਸਾਡੇ ਦਰਬਾਰ ਵਿੱਚ ਆ ਜਾਂਦਾ, ਗੁਰੂ ਨਾਨਕ ਦੇ ਘਰ ਦੀ ਮਰਿਆਦਾ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਜੇ ਤੂੰ ਵੀ ਆ ਜਾਂਦਾ ਤੇ ਅਸੀਂ ਤੇਰੇ ਵਾਸਤੇ ਵੀ ਕੁਰਬਾਨ ਹੋ ਜਾਣਾ ਸੀ। ਕਿਉਂ? ਸਾਰਿਆਂ ਦੇ ਵਿੱਚ ਇੱਕੋ ਹੀ ਪਰਮਾਤਮਾ ਦੀ ਜੋਤ ਹੈ। ਅਸੀਂ ਸਭ ਦੇ ਵਿੱਚ ਵੇਖਦੇ ਹਾਂ। ਜੇ ਤੂੰ ਆ ਜਾਂਦਾ ਤੇ ਤੇਰੇ ਤੋਂ ਵੀ ਕੁਰਬਾਨ ਹੋ ਜਾਂਦੇ। ਪਰ ਹੈਰਾਨਗੀ ਉਸ ਵਕਤ ਹੋ ਜਾਂਦੀ ਹੈ, ਇੱਕ ਬੰਦਾ ਜਿਹਨੂੰ ਸਾਰਿਆਂ ਦੇ ਵਿੱਚ ਰੱਬ ਨੂੰ ਵੇਖਣਾ ਚਾਹੀਦਾ ਵੇ, ਉਹਨੂੰ ਆਪਣੇ ਭਰਾ ਦੇ ਵਿੱਚ ਭਰਾ ਦਿਖਾਈ ਨਹੀਂ ਦਿੰਦਾ ਵੇ। ਰੱਬ ਨੂੰ ਕਿੱਥੋਂ ਵੇਖਣਾ ਅਸੀਂ? ਨੂੰਹ ਨੂੰ ਸੱਸ ਦੇ ਵਿੱਚ ਮਾਂ ਦਿਖਾਈ ਨਹੀਂ ਦਿੰਦੀ ਪਈ, ਉਹਨੇ ਰੱਬ ਨੂੰ ਕਿੱਥੋਂ ਵੇਖਣਾ ਵੇ? ਚਲੋ ਮੈਂ 2 ਮਿੰਟ ਵਿੱਚ ਕਹਿ ਕੇ ਅੱਗੇ ਚੱਲਦਾ ਵਾਂ। ਮਸਕੀਨ ਸਾਹਿਬ ਜੀ ਦੇ ਕੋਲ ਇੱਕ ਨੌਜਵਾਨ ਬੀਬੀ ਆਈ, ਕਹਿੰਦੀ ਹੈ ਗਿਆਨੀ ਜੀ ਮੈਨੂੰ ਸੱਚਖੰਡ ਦੇ ਦਰਸ਼ਨ ਹੁੰਦੇ ਨੇ, ਰੋਜ਼ ਹੁੰਦੇ ਨੇ, ਸੱਚਖੰਡ ਦੇ ਦਰਸ਼ਨ ਹੁੰਦੇ ਨੇ। ਤੇ ਮਸਕੀਨ ਜੀ ਹੱਸ ਪਏ। ਕਹਿੰਦੀ ਹੱਸਦੇ ਕਿਉਂ ਹੋ? ਕਿਆ ਮੈਂ ਝੂਠ ਬੋਲਦੀ ਪਈ ਹਾਂ? ਮਸਕੀਨ ਜੀ ਕਹਿੰਦੇ ਨੇ ਵੀ ਥੋੜ੍ਹੀ ਦੇਰ ਪਹਿਲੇ ਤੇਰੀ ਸੱਸ ਹੋ ਕੇ ਗਈ ਹੈ ਮੇਰੇ ਕੋਲ,
ਤੇ ਆਪਣੇ ਘਰ ਦੇ ਰੋਣੇ ਰੋ ਕੇ ਗਈ ਏ ਕਿ ਨੂੰਹ ਨੇ ਸਾਡਾ ਜੀਣਾ ਮੁਹਾਲ ਕੀਤਾ ਹੋਇਆ ਵੇ, ਘਰੋਂ ਕੱਢਣ ਤੇ ਤੁਲੀ ਹੋਈ ਹੈ। ਤੂੰ ਸੱਸ ਨੂੰ ਘਰੋਂ ਕੱਢਣਾ ਚਾਹੁੰਦੀ ਹੈ, ਤੈਨੂੰ ਸੱਸ ਵਿੱਚ ਮਾਂ ਦਿਖਾਈ ਨਹੀਂ ਦਿੰਦੀ ਪਈ, ਤੇ ਤੂੰ ਆਖਦੀ ਪਈ ਹੈ ਮੈਂ ਸੱਚਖੰਡ ਦੇ ਦਰਸ਼ਨ ਕਰਦੀ ਪਈ ਹਾਂ, ਮੈਂ ਕਿਵੇਂ ਮੰਨ ਲਵਾਂ। ਭਰਾ ਵਿੱਚ ਭਰਾ ਦਿਖਾਈ ਨਹੀਂ ਦਿੰਦਾ ਪਿਆ, ਸਿੱਖ ਨੂੰ ਸਿੱਖ ਵਿੱਚ ਸਿੱਖ ਦਿਖਾਈ ਨਹੀਂ ਦਿੰਦਾ ਪਿਆ। ਮਸਕੀਨ ਜੀ ਕਹਿੰਦੇ ਸਨ ਕਿ ਜੇ ਸਿੱਖ ਨੂੰ ਸਿੱਖ ਨਾ ਮਾਰੇ ਤੇ ਇਹ ਕੌਮ ਕਦੀ ਨਾ ਹਾਰੇ। ਦੂਜਿਆਂ ਦੀਆਂ ਪੱਗਾਂ ਬਚਾਉਣ ਵਾਲੇ ਅੱਜ ਆਪਣੀਆਂ ਹੀ ਪੱਗਾਂ ਦੇ ਦੁਸ਼ਮਣ ਬਣੇ ਪਏ ਨੇ। ਮੇਰੇ ਕੋਲ ਬਹੁਤ ਕੁਛ ਹੈ ਕਹਿਣ ਵਾਸਤੇ, ਪਰ ਕਿਉਂਕਿ ਸਮਾਂ ਹੋ ਗਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰ ਰਹੇ ਹਨ। ਕਹਿੰਦੇ ਨੇ ਕਿ ਉਹਨੂੰ ਤ੍ਰਿਭੁਵਨ ਦੀ ਸੋਝੀ ਹੋ ਜਾਂਦੀ ਏ, ਉਹਨੂੰ ਪਤਾ ਲੱਗ ਜਾਂਦਾ ਹੈ ਕਿ ਸਾਰਿਆਂ ਦੇ ਵਿੱਚ ਰੱਬ ਦੀ ਜੋਤ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਦ ਸਾਰਿਆਂ ਵਿੱਚ ਜੋਤ ਵੇਖਦਿਆਂ ਹੋਇਆ ਆਪਾਂ ਜਦੋਂ ਕੁਰਬਾਨ ਕਰ ਦਿੱਤਾ, ਮਹਾਰਾਜ ਨੂੰ ਸ਼ਹੀਦ ਕਰ ਦਿੱਤਾ, ਤੇ ਬੁੱਲੇ ਸ਼ਾਹ ਜੀ ਨੂੰ ਵੀ ਕਿਹਾ ਸੀ ਵੀ ਲੱਗਦਾ ਤੇਰੀਆਂ ਅੱਖਾਂ ਤੇ ਬੜੀ ਚਮਕ ਹੈ, ਚਿਹਰੇ ਦੇ ਉੱਤੇ ਬੜੀ ਰੌਣਕ ਹੈ, ਤੂੰ ਕੀ ਕੁਛ ਵੇਖਦਾ ਪਿਆ, ਤੂੰ ਮੈਨੂੰ ਦੱਸ ਤੇ ਸਹੀ। ਮਿੱਤਰਾਂ ਨੇ ਪੁੱਛ ਲਿਆ। ਫਤਿਹ ਬੁੱਲੇ ਸ਼ਾਹ ਜੀ ਨੇ ਕੀ ਜਵਾਬ ਦਿੱਤਾ ਹੋਵੇ। ਕਹਿੰਦੇ ਨੇ ਇੱਕ ਵਾਜਬ ਸ਼ਰਤ ਅਦਬ ਦੀ ਹੈ, ਹਰ ਇੱਕ ਸੂਰਤ ਰੱਬ ਦੀ ਹੈ, ਸਾਰਿਆਂ ਦੇ ਵਿੱਚ ਸੂਰਤ ਰੱਬ ਦੀ ਹੈ, ਪਰ ਕਹਿੰਦਾ ਜੇ ਜ਼ਾਹਰ ਕਰਾਂ ਇਸ ਰਾਜ ਤਾਈ ਤਾਂ ਮਾਰਨ ਬੁੱਲੇ ਯਾਰ ਤਾਈ। ਜੇ ਮੈਂ ਕਹਿ ਦਿੱਤਾ ਨਾ ਕਿ ਸਾਰਿਆਂ ਦੇ ਵਿੱਚ ਰੱਬ ਦੀ ਸੂਰਤ ਹੈ, ਲੋਕਾਂ ਨੇ ਮੈਨੂੰ ਮਾਰ ਦੇਣਾ ਵੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ। ਜਿਸ ਨੇ ਵੀ ਇਸ ਰਾਜ ਨੂੰ ਬਿਆਨ ਕੀਤਾ, ਬੁੱਲੇ ਸ਼ਾਹ ਕਹਿੰਦਾ ਹੈ ਕਿ ਮਾਰਨ ਬੁੱਲੇ ਯਾਰ ਤਾਈ, ਇਹ ਗੁਪਤੀ ਬਾਤ ਸੁਖੈਂਦੀ ਹੈ। ਕਹਿੰਦਾ ਮੈਂ ਜੇ ਗੁਪਤੀ ਰੱਖਾਂ ਤੇ ਠੀਕ ਹੈ, ਨਹੀਂ ਤੇ ਲੋਕਾਂ ਨੇ ਮਾਰ ਦੇਣਾ ਵੇ ਮੈਨੂੰ। ਲੋਕੀ ਮਾਰ ਦੇ ਬਰਦਾਸ਼ਤ ਨਹੀਂ ਕਰ ਸਕਣਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਬੇਅੰਤ ਸ਼ਬਦ ਨੇ, ਕੋਈ ਜਨ ਹਰਸਿਓ ਦੇਵੇ ਜੋੜ। ਗੁਰੂ ਅਰਜਨ ਦੇਵ ਜੀ ਮਹਾਰਾਜ, ਕੋਈ ਜਨ ਕੋਈ ਵੀ ਹੋਵੇ, ਭਾਵੇਂ ਉਹ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਜੈਨੀ ਹੋਵੇ, ਪਾਰਸੀ ਹੋਵੇ, ਬੋਧੀ ਹੋਵੇ, ਮਹਾਰਾਜ ਕਹਿੰਦੇ ਨੇ ਕੋਈ ਵੀ ਹੋਵੇ, ਜੇ ਮੈਨੂੰ ਰੱਬ ਦੇ ਨਾਲ ਜੋੜ ਦੇਵੇ ਤੋ ਚਰਨ ਗਹੋਂ ਬਪੂ ਸੁਭ ਰਸਨਾ, ਦੀਜੇ ਪ੍ਰਾਣ ਅਕੋਰ। ਮੈਂ ਆਪਣੇ ਪ੍ਰਾਣ ਵੀ ਉਸ ਤੋਂ ਨਿਸ਼ਾਵਰ ਕਰ ਦੇਵਾਂ ਮੈਂ। ਪਰ ਅੱਜ ਜਿਤਨੀ ਨਫ਼ਰਤ ਸਾਡੇ ਵਿੱਚ ਵੇਖਣ ਨੂੰ ਮਿਲਦੀ ਹੈ ਨਾ, ਉਹ ਕਿਸੇ ਹੋਰ ਧਰਮ ਵਿੱਚ ਨਹੀਂ ਮਿਲਦੀ ਸਾਨੂੰ ਵੇਖਣ ਵਿੱਚ। ਜਿਤਨਾ ਵੱਡਾ ਛੋਟਾ ਅਸੀਂ ਕਰਦੇ ਪਏ ਹਾਂ ਨਾ, ਇਹ ਵੱਡਾ ਗਿਆਨੀ, ਇਹ ਛੋਟਾ ਗਿਆਨੀ, ਇਹ ਵੱਡਾ ਸੇਵਾਦਾਰ, ਇਹ ਛੋਟਾ ਸੇਵਾਦਾਰ, ਇਹ ਵੱਡਾ ਕੀਰਤਨੀ ਜਥਾ, ਇਹ ਛੋਟਾ ਕੀਰਤਨੀ ਜਥਾ। ਹੋਣਾ ਤੇ ਇਹ ਚਾਹੀਦਾ ਸੀ ਕਿ ਅਸੀਂ ਸਾਰਿਆਂ ਨੂੰ ਇੱਕੋ ਦ੍ਰਿਸ਼ਟੀ ਦੇ ਨਾਲ ਦੇਖਦੇ, ਪਰ ਸਾਡੇ ਵਿੱਚ ਐਸਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰ ਰਹੇ ਹਨ। ਆਓ ਆਪਾਂ ਸ਼ਬਦ ਦੇ ਅਖਰੀ ਅਰਥ ਕਰੀਏ ਤੇ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰ ਜੀ ਬਖਸ਼ਿਸ਼ ਕਰ ਰਹੇ ਹਨ ਕਿ ਨਿਰਮਲ ਜੋਤ ਪਸਰ ਰਹੀ, ਜੋਤੀ ਜੋਤ ਮਿਲਾਈ। ਉਹਨੂੰ ਇਹ ਪਤਾ ਲੱਗ ਜਾਂਦਾ ਕਿਹਨੂੰ, ਜਿਹਦੇ ਅੰਦਰੋਂ ਆਪਾਂ ਅਹੰਕਾਰ ਮੈਂ ਮਿਟ ਜਾਂਦੀ ਹੈ, ਉਹਨੂੰ ਪਤਾ ਲੱਗ ਜਾਂਦਾ ਕਿ ਸਾਰਿਆਂ ਦੇ ਵਿੱਚ ਇੱਕ ਰੱਬ ਦੀ ਜੋਤ ਵਸਦੀ ਪਈ ਹੈ। ਫਿਰ ਜੋਤੀ ਜੋਤ ਮਿਲਾਈ, ਫਿਰ ਉਹਦੀ ਜੋ ਆਤਮਿਕ ਜੋਤ ਹੈ ਉਹ ਪਰਮ ਜੋਤ ਦੇ ਵਿੱਚ ਲੀਨ ਹੋ ਜਾਂਦੀ ਹੈ। ਪੂਰੇ ਗੁਰ ਸਮਝਾਇਆ ਮਤ ਉੱਤਮ ਹੋਈ। ਪੂਰੇ ਗੁਰੂ ਨੇ ਜਦੋਂ ਸਮਝਾ ਦਿੱਤਾ ਤੇ ਫਿਰ ਮਤ ਉੱਤਮ ਹੋ ਗਈ ਹੈ। ਮਤ ਜਿਹੜੀ ਸੀ ਨਾ, ਹੁਣ ਗੁਰੂ ਤੇ ਸਮਝਾਉਣ ਵਾਸਤੇ ਬੈਠਾ ਹੋਇਆ। ਅਸੀਂ ਗੁਰਦੁਆਰੇ ਆਉਂਦੇ ਹਾਂ, ਗੁਰੂ ਕੀ ਬਾਣੀ ਚੱਲਦੀ ਹੈ, ਕਥਾ ਹੈ, ਕੀਰਤਨ ਹੈ, ਪਾਠ ਨੇ। ਕਿਸ ਵਾਸਤੇ ਨੇ? ਸਾਡੀ ਮਤ ਨੂੰ ਉੱਤਮ ਬਣਾਉਣ ਵਾਸਤੇ। ਇਹ ਮੱਥਾ ਟੇਕਦੇ ਪੈਨ, ਮੱਥਾ ਟੇਕਣ ਦਾ ਮਤਲਬ ਪਤਾ ਕੀ ਹੈ? ਗੁਰੂ ਨੂੰ ਆਪਣੀ ਮੱਤ ਦੇ ਦੇਣੀ ਹੈ। ਮੇਰੀ ਮੱਤ ਤੂੰ ਲੈ ਲੈ ਤੇ ਆਪਣੀ ਮੱਤ ਮੈਨੂੰ ਦੇ ਦੇ। ਅਸੀਂ ਇਸ ਵਾਸਤੇ ਮੱਥਾ ਟੇਕਦੇ ਹਾਂ। ਆਪਣਾ ਭਾਵ ਸਮਰਪਣ ਕਰ ਦੇਣਾ।
मेरी मत तू लै लै ते अपनी मत मैनू दे दे। पर असी गुरु की मत लैण वास्ते तैयार ही नहीं होंदे, क्योंकि बंदा सोचता है जे मैं गुरु की मत लै ली तो गुरु ने आखना है भी केसां की बेअदबी नहीं करनी, तो मैं जाना नाई की दुकान ते। गुरु ने आखना शराब नहीं पीनी, तो शाम नूं इधर रहरास का टाइम होना है तो मैं बोतल खोल के बहना मैं, तो मैं गुरु की मत किवें लै लवां मैं। महाराज की बाणी कहती है ना, इद मत पीते नानका बहुते खटिए विकार। ऐसी शराब नूं पीण दे नाल अंदर जिहदे विकार पैदा होंदे ने, महाराज कहंदे ने सिख ने इस नूं हत्थ तक भी नहीं लाना। पर बहुते तां इस तरह समझदे ने जिवें सिखां नूं ही आखिआ भी तुसीं पीणी है, बाकियां ने नहीं पीणी है। शाम नूं जदों देखदे आ ना, सोहणीआं दस्तारां सजाइयां ठेकिआं दे उत्ते लाइन विच लगे ने, होड़ लगी हुई है, मैनू दे दिओ मैनू दे दिओ। नाम बदनाम करके रख दिता है, सिख की छवि ऐसी बना के रख दी है। महाराज सच्चे पातशाह जी कहते हैं कि जिसने गुरु की मत लै ली उहदी मत उत्तम हो जाती है। मत विच रतन जवाहर माणक, जे एक गुर की सिख सुनी। जिन्हें गुरु की एक सिक्ख्या नूं सुन लिया ना, महाराज कहते हैं जिहड़े मत दे विच रतन जवाहर माणक, जिहड़े अनमोल रतन अंदर छुपे पे ने ना, गुरु की इक्को ही सिक्ख्या दे नाल वो सारे प्रगट हो जाते हैं। भाई साहब भाई नंद लाल जी कहते ने कि मेरे अंदर मन दे विच जो कई युगां दा गुबार सी ना, जो अंधकार सी, बाहर चढ़ते हुए सूरज ने उसनूं दूर नहीं किया। ते सिखां ने पुछ लिया भी भाई साहब किवें दूर होया, सानू भी दसो। ते भाई नंद लाल जी कहंदे ने बैरूब आमद आ मए, मन चूजे खाबे नाद, सद ताना मी जनद, बैरूए आफताबे सुबह। कहंदे ने सदियां तो मेरे मन दे विच जो अंधकार सी, बाहर चढ़े हुए सूरज ने वो अंधकार दूर नहीं किया। गुरु गोबिंद सिंह महाराज का एक वचन सुनिया, सिर्फ एक वचन, सदियां दा अंधकार जो मेरे अंदर सी वो सारा ही दूर हो गया मेरा। एक कोई शब्द ने तां महाराज कहते ने कि मत विच रतन जवाहर माणक, ये एक गुर की सिख सुनी। जे किधरे गुरु की सिक्ख्या नूं धारण कर लवीए, महाराज ते कहते ने सिख भी उही है जो गुरु की सिक्ख्या नूं धारण करदा है। सिक्खी सिक्ख्या गुरु विचार, जो गुरु की विचार नूं अपनाउंदा है उही सिख है। इत्थे ही महाराज सच्चे पातशाह जी कहते ने कि पूरे गुरु ने जदों समझाया ना, तो फिर मेरी मत उत्तम हो गई। अंतर शीतल शांत होए, नामे सुख होई। कि जदों गुरु की मत मैं धारण की, मन मेरा शीतल हो गया, ठंडा हो गया। अकाली कौर सिंह जी होए ने जम्मू कश्मीर के इलाके विच, जिन्हां ने 20 साल मेहनत करके गुरु ग्रंथ साहब महाराज जी का तुक तत्करा उन्होंने लिखिया सी है। एक दिन कथा करके थले उतरे स्टेज तो किसी सिख नूं उन्हां दीयां गल्लां पसंद नहीं आईयां ते गालां कढ़नियां शुरू कर दित्तियां और बहुत ही ज़्यादा बोलिया। ते भाई साहब अगों मुस्कुराई जान, वो बोली जावे। जदों गालां कढ़ के थक गया ना, कहंदा मैं इतनियां गालां कढ़ियां ने, मंदे बोल बोले ने, तुहानूं क्रोध नहीं आंदा, गुस्सा नहीं चढ़दा, तुहाडा हिरदा तपदा नहीं। ते अकाली कौर सिंह जी कहंदे ने जे तू 20 साल पहले आउंदा ना, ते फिर मैं तैनूं इट दा जवाब पत्थर नाल देना सी। पर जदों गुरु की बाणी मेरे हिरदे दे विच वस गई है ना, जे तेरे कोल कुछ होर भी गालां हैं तो वह भी मैनू दे दे, मेरे मन दे उत्ते कोई फर्क नहीं पैंदा है। गुरु अर्जन देव महाराज तत्ती तवी ते बैठ के भी उस परमेश्वर दे गीत गांदे ने। कह दिता सी साईं मियाँ मीर ने,
ਤੁਹਾਡੇ ਸਾਰੇ ਜਿਸਮ ਦੇ ਉੱਤੇ ਛਾਲੇ ਪਾਏ ਹੋਏ ਨੇ। ਮਹਾਰਾਜ ਕਹਿੰਦੇ ਨੇ ਸਾਈਂ ਮੀਆਂ ਮੀਰ ਛੋੜੋ ਪ੍ਰੀਤੀ ਚਾਮ ਸੇ, क्या हुआ तन तप रहा हम शांत हैं हरि नाम से। महाराज कहते ने तू मेरे हिरदे नूं वेख जेड़ा उस परमेश्वर दे नाम दे नाल शांत होया, ठंडा होया होया है। पूरा सतगुरु तां मिले जान नदर करे। पूरा सतगुर तां मिलदा है जदों उस परिपूर्ण परमात्मा दी साडे उत्ते किरपा हो जांदी है। किल विख पाप सब कट्टिए फिर दुख बिघन ना होई। जदों पूरा सतगुर मिल जाता है फिर महाराज सच्चे पातशाह कहते ने जितने भी किल विखान पाप हन, दुख ने, रोग ने, वो सारे दे सारे साडे कट्टे जाते हैं। फिर जीवन दे मार्ग दे विच परमेश्वर तक पहुँचण दे विच उहनूं फिर किसी तरह दे भी कोई विघन नहीं लगता है। अपने हथ वडियाइयां दे नामे लाए, पर ये परमेश्वर दे हथ विच है। जिहदे उत्ते किरपा कर देवे उहनूं अपने नाम दे नाल जोड़ के संसार दे विच उहनूं वडियाइयां दी बख्शिश कर दिंदा है। नानक नाम निधान मन वसिया वडियाई पाए। नाम निधान गुरु अमरदास महाराज सच्चे पातशाह जी बख्शिश करते हैं कि जिस दे हिरदे दे विच नाम दा खजाना वस जाता है वो संसार सागर दे विच फिर वडियाई प्राप्त करता है। सतगुर सच्चे पातशाह जी कृपा करन, बख्शिश करन। इस पावन शब्द दे आखिरी अर्थ साडे हिरदे दे विच वसन। जो कुछ दास ने आप नूं सरवण कराया, अरदास करना सतगुरु मेरे ते भी किरपा करन, मेरे हिरदे विच भी वसे। बहुत बहुत धन्यवाद प्रबंधक सज्जणा दा जिन्हां दे सदके आप संगतां दे दर्शन होए ने। भुलां चुकां दी क्षमा बारंबार सारियां दा धन्यवाद। वाहिगुरू जी का खालसा, वाहिगुरू जी की फतेह। आओ आनंद साहब नाल जुड़िए। एक पंक्ति दास पढ़ेगा, एक पंक्ति आप सारे ने पढ़नी है। रामकली महला तीजा आनंद एक ओंकार सतगुर प्रसाद। आनंद पाया मेरी माए सतगुरु मैं पाया। राग रतन परवार परियां शब्द गावण आईयां। कहे नानक आनंद हुआ सतगुरु मैं पाया। पर नाल रहो तू मन मेरे दुख सब विसारना। सबना गला समरथ स्वामी